ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਸਟੂਡੀਓ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਮੈਂ ਅਰਸ਼ਦੀਪ ਅੱਜ ਫਿਰ ਤੋਂ ਲੈ ਕੇ ਆਇਆ ਹਾਂ ਪ੍ਰੋਗਰਾਮ ਸਾਂਝ ਵਿਚਾਰ। ਕੁਛ ਤਕਨੀਕੀ ਕਾਰਨਾਂ ਕਰਕੇ ਸਾਡਾ ਕੁਛ ਰੁਝੇਵਿਆਂ ਕਰਕੇ ਤੁਹਾਡੇ ਨਾਲ ਰਾਬਤਾ ਨਹੀਂ ਹੋ ਸਕਿਆ, ਪਰ ਅੱਜ ਫਿਰ ਤੋਂ ਅਸੀਂ ਤੁਹਾਡੇ ਨਾਲ ਸਾਂਝ ਵਿਚਾਰ ਪ੍ਰੋਗਰਾਮ ਲੈ ਕੇ ਆਏ ਹਾਂ ਅਤੇ ਮੇਰੇ ਨਾਲ ਲਾਈਨ 'ਤੇ ਮੌਜੂਦ ਨੇ ਨਵਜੀਤ ਜੀ। ਅਤੇ ਅੱਜ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਬਾਰੇ, ਸਰਕਾਰ ਕੀ ਉਪਰਾਲੇ ਕਰ ਰਹੀ ਹੈ ਉਹਦੇ ਬਾਰੇ, ਅਤੇ ਜੋ ਸ਼ਰਾਬ ਪੀਣ ਦੇ ਨਾਲ ਕੁਛ ਮੌਤਾਂ ਸਾਹਮਣੇ ਆਈਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ, ਅਤੇ ਉਹਦੇ ਬਾਰੇ ਅੱਜ ਸਾਂਝ ਵਿਚਾਰ ਕਰਾਂਗੇ। ਨਵਜੀਤ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪੰਜਾਬੀ ਸਟੂਡੀਓ ਦੇ ਪ੍ਰੋਗਰਾਮ ਸਾਂਝ ਵਿਚਾਰ ਦੇ ਵਿੱਚ। ਜੀ ਅਰਸ਼ ਜੀ, ਬਹੁਤ-ਬਹੁਤ ਸ਼ੁਕਰੀਆ ਜੀ। ਜੀ, ਅਤੇ ਨਵਜੀਤ ਜੀ, ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਕਰੋਨਾ ਵਾਇਰਸ ਦੀ ਜੋ ਮੌਜੂਦਾ ਸਥਿਤੀ ਹੈ ਦੇਸ਼ ਭਰ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਹਦੇ ਨਾਲ, ਅਤੇ ਉਹਦੇ ਬਾਰੇ ਕੁਛ ਜਾਣਕਾਰੀ ਪਹਿਲਾਂ ਸਾਂਝੀ ਕਰੋ ਜੀ। ਜੀ ਅਰਸ਼ਦੀਪ ਜੀ, ਕਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਅੱਗੇ ਤੋਂ ਅੱਗੇ ਕੁਛ ਜਗ੍ਹਾ 'ਤੇ ਸਹੀ ਵੀ ਹੋ ਰਹੇ ਆ ਅਤੇ ਬਹੁਤੀਆਂ ਥਾਵਾਂ ਦੇ ਉੱਪਰ ਖਰਾਬ ਵੀ ਹੋ ਰਹੇ ਆ ਜੀ। ਵਿਸ਼ਵ ਪੱਧਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਅਮਰੀਕਾ ਵਿੱਚ ਸਥਿਤੀ ਕਿਤੇ ਨਾ ਕਿਤੇ ਕੰਟਰੋਲ ਵਿੱਚ ਹੁੰਦੀ ਨਜ਼ਰ ਆ ਰਹੀ ਹੈ। ਮੌਤਾਂ ਦੀ ਗਿਣਤੀ ਜਿਹੜੀ ਰੋਜ਼ਾਨਾ 2000 ਦੇ ਕਰੀਬ ਹੁੰਦੀ ਸੀ ਜਾਂ 2000 ਤੋਂ ਉੱਪਰ ਹੁੰਦੀ ਸੀ, ਹੁਣ ਉਹ ਅੰਕੜਾ 700-800 ਦੇ ਕਰੀਬ ਹੋ ਗਿਆ ਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਵੀ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਅਮਰੀਕਾ ਵਿੱਚ 47 ਲੱਖ ਕੇਸ ਜਿਹੜੇ ਸੀਗੇ ਉਹ ਅਜੇ ਤੱਕ ਸਾਹਮਣੇ ਆ ਚੁੱਕੇ ਨੇ। 1,57,905 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਵੱਧ ਵੀ ਸਕਦਾ ਹੈ। ਗੱਲ ਕਰਨ ਤੱਕ ਇਹ ਅੰਕੜਾ ਇੰਨਾ ਹੀ ਹੈ, ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਵੱਧ ਸਕੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਬ੍ਰਾਜ਼ੀਲ ਦੀ। ਦੇਖੋ ਅਰਸ਼ ਜੀ, ਬ੍ਰਾਜ਼ੀਲ ਵਿੱਚ 27 ਲੱਖ ਲੋਕ ਕਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਨੇ ਅਤੇ ਹੁਣ ਤੱਕ 93,616 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਛੋਟਾ ਜਿਹਾ ਦੇਸ਼ ਆ, ਪਰ ਕੇਸ ਲਗਾਤਾਰ ਵਧਣੇ ਕਿਤੇ ਨਾ ਕਿਤੇ ਚਿੰਤਾ ਪੈਦਾ ਕਰਦਾ। ਮੌਤਾਂ ਦੀ ਗਿਣਤੀ ਲਗਾਤਾਰ ਇੰਨੀ ਵੱਧ ਚੁੱਕੀ ਹੈ ਕਿ ਮਰੇ ਲੋਕਾਂ ਦੀਆਂ ਕਬਰਾਂ ਖੋਦਣ ਨੂੰ ਜਗ੍ਹਾ ਨਹੀਂ ਮਿਲ ਰਹੀ ਜੀ। ਇਹੀ ਹਾਲ ਹੁਣ ਭਾਰਤ ਵਿੱਚ ਹੁੰਦਾ ਜਾ ਰਿਹਾ ਹੈ। ਭਾਰਤ ਵਿੱਚ ਹਾਲਾਂਕਿ ਇਹ ਚੰਗੀ ਗੱਲ ਹੈ ਕਿ ਮੌਤਾਂ ਥੋੜ੍ਹੀਆਂ ਹੋ ਰਹੀਆਂ, ਉਮੀਦ ਅਤੇ ਆਸ ਦੋਨੇ ਹੀ ਕਰਦੇ ਹਾਂ ਕਿ ਮੌਤਾਂ ਰੁਕ ਹੀ ਜਾਣ, ਅੱਗੇ ਨਾ ਹੋਣ, ਪਰ ਭਾਰਤ ਵਿੱਚ ਹੁਣ ਤੱਕ 17 ਲੱਖ ਲੋਕ ਕਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਪਿਛਲੇ ਇੱਕ ਹਫ਼ਤੇ ਦੌਰਾਨ 48, 49, 50 ਹਜ਼ਾਰ ਤੋਂ ਵੱਧ ਦੇ ਕਰੀਬ ਮਰੀਜ਼ ਜਿਹੜੇ ਸਾਹਮਣੇ ਆ ਰਹੇ ਨੇ। ਇੰਨੇ ਸਿਹਤ ਵਿਭਾਗ ਦੀਆਂ, ਇੰਨੇ ਸਰਕਾਰ ਦੀਆਂ, ਇੰਨੇ ਲੋਕਾਂ ਦੀਆਂ ਚਿੰਤਾਵਾਂ ਜਿਹੜੀਆਂ ਆ ਉਹ ਵਧਾ ਦਿੱਤੀਆਂ ਆ। ਭਾਰਤ ਵਿੱਚ ਹੁਣ ਤੱਕ 37,452 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 57,000 ਮਰੀਜ਼ ਸਾਹਮਣੇ ਆ ਚੁੱਕੇ ਨੇ। ਅਰਸ਼ ਜੀ, ਬੜਾ ਭਿਆਨਕ ਹਾਲ ਹੋਇਆ ਪਿਆ ਇਹ ਕਿ ਪਿਛਲੇ 3-4 ਦਿਨ ਤੋਂ ਤਕਰੀਬਨ 50,000 ਤੋਂ ਵੱਧ ਕੇਸ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਮਤਲਬ ਕਿ ਪਹਿਲੇ ਜਿਹੜੇ 3 ਮਹੀਨੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਸਾਨੂੰ 10 ਲੱਖ ਕੇਸ ਪਹੁੰਚਣ ਵਿੱਚ ਸਮਾਂ ਤੈਅ ਕਰਨਾ ਪਿਆ, ਪਰ ਪਿਛਲੇ 15 ਦਿਨਾਂ ਦੇ ਵਿੱਚ ਹੀ ਜਿਹੜੇ ਕੇਸ ਆ ਤੁਸੀਂ ਦੇਖੋ 10 ਲੱਖ ਤੋਂ ਕਿੱਥੇ ਪਹੁੰਚ ਗਏ, ਸਿੱਧੇ 17 ਲੱਖ 'ਤੇ। ਕਿਉਂਕਿ ਕੇਸ ਜਿਹੜੇ ਆ 55,000 50,000 ਤੋਂ ਉੱਪਰ ਆ ਰਹੇ ਆ। ਇਹ ਬੜੀ ਚਿੰਤਾ ਦੀ ਗੱਲ ਹੈ। ਇਸ ਤੋਂ ਬਾਅਦ ਅਰਸ਼ ਜੀ, ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਮੈਕਸੀਕੋ ਇੱਕ ਇੱਦਾਂ ਦਾ ਦੇਸ਼ ਹੈ, ਘੱਟ ਵਸੋਂ ਆ, ਪਰ ਇਸ ਸਮੇਂ ਸਭ ਤੋਂ ਵੱਧ ਤੇਜ਼ੀ ਨਾਲ ਜਿਹੜਾ ਕਰੋਨਾ ਵਾਇਰਸ ਹੋ ਰਿਹਾ, ਫੈਲ ਰਿਹਾ, ਉਹ ਮੈਕਸੀਕੋ ਵਿੱਚ ਫੈਲ ਰਿਹਾ। ਕੇਂਦਰ ਬਿੰਦੂ ਜਿਹੜਾ ਮੈਕਸੀਕੋ ਬਣਦਾ ਜਾ ਰਿਹਾ ਹੈ। ਮੈਕਸੀਕੋ ਵਿੱਚ 4 ਲੱਖ ਕੇਸ ਸਾਹਮਣੇ ਆ ਚੁੱਕੇ ਨੇ ਅਤੇ 47,472 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਰਸ਼ ਜੀ, ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਮੈਕਸੀਕੋ ਵਿੱਚ 4 ਲੱਖ ਕੇਸ ਸਾਹਮਣੇ ਆ ਚੁੱਕੇ ਨੇ ਤੇ 47,472 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਭਾਰਤ ਵਿੱਚ 17 ਲੱਖ ਕੇਸ ਆ ਚੁੱਕੇ ਨੇ ਤੇ 37,452 ਮੌਤਾਂ ਹੋਈਆਂ ਨੇ। ਮੈਂ ਇਹ ਕੰਪੇਅਰ ਤਾਂ ਕਰਦਾ ਪਿਆ ਕਿ ਭਾਰਤ ਦੀ ਆਬਾਦੀ ਜਿਹੜੀ ਹੈ 131 ਕਰੋੜ ਦੇ ਕਰੀਬ ਹੈ, ਜਦਕਿ ਮੈਕਸੀਕੋ ਦੀ ਆਬਾਦੀ ਘੱਟ ਹੋਣ ਦੇ ਬਾਵਜੂਦ ਵੀ ਤੇਜ਼ੀ ਨਾਲ ਮੌਤਾਂ ਦਾ ਵਧਣਾ ਇਹ ਆਪਣੇ ਆਪ ਦੇ ਵਿੱਚ ਚਿੰਤਾ ਪੈਦਾ ਕਰਦਾ ਜੀ। ਇਸ ਤੋਂ ਬਾਅਦ ਇੱਕ ਹੋਰ ਜਿਹੜਾ ਛੋਟਾ ਜਿਹਾ ਦੇਸ਼ ਹੈ ਪੇਰੂ, ਉਹਦੇ ਵਿੱਚ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਅੱਗੇ ਵੱਧ ਰਿਹਾ। ਸਰਕਾਰ ਵੱਲੋਂ ਜੋ ਗਾਈਡਲਾਈਨ ਜਾਰੀ ਕੀਤੀਆਂ ਗਈਆਂ, ਲੋਕ ਉਹਦੇ ਵੱਲ ਧਿਆਨ ਨਹੀਂ ਦੇ ਰਹੇ, ਇਸ ਕਰਕੇ
ਸਥਿਤੀ ਕਿਤੇ ਨਾ ਕਿਤੇ ਭਿਆਨਕ ਹੁੰਦੀ ਜਾ ਰਹੀ ਹੈ, ਭਾਰਤ ਵਿੱਚ ਵੀ ਤੇ ਵਿਸ਼ਵ ਪੱਧਰ ਤੇ ਅਮਰੀਕਾ ਦੇ ਹਾਲਾਤ ਥੋੜ੍ਹੇ ਜਿਹੇ ਜ਼ਰੂਰ ਸੁਧਰੇ ਨੇ, ਪਰ ਭਾਰਤ, ਮੈਕਸੀਕੋ ਤੇ ਬ੍ਰਾਜ਼ੀਲ ਇਹਨਾਂ ਵਿੱਚ ਕਰੋਨਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਜੀ ਨਵਜੀਤ ਜੀ, ਜਿਵੇਂ ਤੁਸੀਂ ਦੱਸਿਆ ਕਿ ਭਾਰਤ ਵਿੱਚ ਅਤੇ ਬਾਕੀ ਸਾਰੇ ਦੇਸ਼ਾਂ ਦੇ ਵਿੱਚ ਜੋ ਆંકੜੇ ਨੇ ਕਿਤੇ ਕਿਤੇ ਸਟੇਬਲ ਹੋ ਰਹੇ ਨੇ ਅਤੇ ਕਿਤੇ ਜਿੱਦਾਂ ਹੁਣ ਭਾਰਤ ਦੀ ਗੱਲ ਕਰ ਲਈਏ ਤਾਂ ਆંકੜੇ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ। ਅਤੇ ਜੋ ਭਾਰਤ ਸਰਕਾਰ ਹੈ ਅਤੇ ਪੰਜਾਬ ਸਰਕਾਰ ਹੈ ਉਹ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੀ ਉਪਰਾਲੇ ਕਰ ਰਹੀ ਹੈ, ਇਹਨਾਂ ਬਾਰੇ ਜ਼ਰੂਰ ਦੱਸੋ। ਦੇਖੋ ਅਰਸ਼ ਜੀ, ਭਾਰਤ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪੱਧਰ ਦੇ ਉੱਪਰ ਉਪਰਾਲੇ ਕੀਤੇ ਜਾ ਰਹੇ ਆ। ਲੋਕਡਾਊਨ ਲਗਾਇਆ ਸੀ, ਹੁਣ ਅਨਲੌਕ 3 ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਵਿੱਚ ਬਹੁਤ ਸਾਰੀਆਂ ਹੁਣ ਜਿਹੜੀਆਂ ਢਿੱਲਾਂ ਦਿੱਤੀਆਂ ਗਈਆਂ ਆ, ਪਰ ਮੈਂ ਇੱਕ ਗੱਲ ਇੱਥੇ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਰਾਂ ਨੇ ਗੱਲ ਕਹੀ ਸੀ ਕਿ ਸਾਨੂੰ 21 ਦਿਨ ਦਾ ਸਮਾਂ ਦਿਓ, ਅਸੀਂ ਕਰੋਨਾ ਕੰਟਰੋਲ ਕਰਕੇ ਦਿਖਾਵਾਂਗੇ। 21 ਦਿਨਾਂ ਦਾ ਸਮਾਂ ਵੀ ਦਿੱਤਾ, ਪਰ ਅਰਸ਼ ਜੀ ਉਹਨਾਂ ਦਿਨਾਂ ਦੇ ਵਿੱਚ ਕਦੀ ਥਾਲੀਆਂ ਵਜਾਉਣ ਦੀ ਗੱਲ ਸਾਹਮਣੇ ਆਈ? ਕਦੀ ਕਿਸੇ ਕੇਂਦਰੀ ਮੰਤਰੀ ਨੇ ਇਹ ਬਿਆਨ ਦਿੱਤਾ ਕਿ ਗੋ ਕਰੋਨਾ? ਕੀ ਇੱਦਾਂ ਕਰੋਨਾ ਭੱਜ ਜਾਣਾ ਸੀ? ਕੀ ਇੱਦਾਂ ਕਰੋਨਾ ਭੱਜ ਗਿਆ? ਕਿ ਇੱਦਾਂ ਕਰਨ ਨਾਲ ਕਰੋਨਾ ਦੇ ਉੱਪਰ ਕਾਬੂ ਪਾਇਆ ਜਾ ਸਕਿਆ? ਬਿਲਕੁਲ ਨਹੀਂ। ਕੇਂਦਰ ਸਰਕਾਰ ਵੱਲੋਂ ਪਿਛਲੇ 15 ਦਿਨਾਂ ਤੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੀ ਨਹੀਂ। ਬੜੀ ਹੈਰਾਨੀ ਦੀ ਗੱਲ ਹੈ, ਕਮਾਲ ਆ ਕਿ ਕਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ, ਤੁਹਾਡੀ ਕੋਈ ਪ੍ਰਤੀਕਿਰਿਆ ਨਹੀਂ ਆ ਰਹੀ। ਬਾਕੀ ਦੇਸ਼ਾਂ ਦੇ ਵਿੱਚ ਦੇਖੋ ਤਾਂ ਕਿਵੇਂ ਕਰੋਨਾ ਵਾਇਰਸ ਦੇ ਕੇਸ ਜਦੋਂ ਸਾਹਮਣੇ ਆ ਰਹੇ ਆ, ਉਹਨਾਂ ਨੂੰ ਕਿੱਦਾਂ ਕੰਟਰੋਲ ਕਰਨ ਵਿੱਚ ਲੱਗੇ ਹੋਏ ਨੇ। ਨਿਊਜ਼ੀਲੈਂਡ ਕਿੱਦਾਂ ਦੀ ਕੰਟਰੀ ਸੀਗੀ, ਛੋਟੀ ਜਿਹੀ ਆਬਾਦੀ ਹੈ, ਕਿੱਦਾਂ ਕਰੋਨਾ ਰੋਕਿਆ ਉਹਨਾਂ ਨੂੰ। ਕਈ ਸਾਰੇ ਦੇਸ਼ ਆ, ਜਰਮਨੀ ਨੇ ਕਰੋਨਾ ਨੂੰ ਕਿੱਦਾਂ ਕੰਟਰੋਲ ਕੀਤਾ। ਇਟਲੀ ਉਦਾਹਰਨ ਬਣਿਆ ਸਭ ਦੇ ਸਾਹਮਣੇ, ਇਟਲੀ ਦੇ ਵਿੱਚ ਕਿੰਨੇ ਮਾੜੇ ਹਾਲਾਤ ਹੋਏ ਸੀਗੇ, ਪਰ ਦੇਖੋ ਹੌਲੀ ਹੌਲੀ ਉਹਨਾਂ ਨੇ ਕਾਬੂ ਪਾਇਆ। ਮੈਂ ਇਹ ਨਹੀਂ ਕਹਿੰਦਾ ਕਿ ਕੇਂਦਰ ਸਰਕਾਰ ਕੰਮ ਨਹੀਂ ਕਰਦੀ ਪਈ, ਕੇਂਦਰ ਸਰਕਾਰ ਕੰਮ ਕਰਦੀ ਪਈ ਆ ਆਪਣੇ ਪੱਧਰ ਦੇ ਉੱਪਰ, ਪਰ ਜਿਸ ਤਰ੍ਹਾਂ ਦੇ ਫੈਸਲੇ ਲੈਣੇ ਚਾਹੀਦੇ ਨੇ ਉਸ ਤਰ੍ਹਾਂ ਦੇ ਫੈਸਲੇ ਮੈਨੂੰ ਲੱਗਦਾ ਹੈ ਕਿ ਨਹੀਂ ਲਏ ਜਾ ਰਹੇ ਅਜੇ ਤੱਕ। ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਥੋੜ੍ਹਾ ਹੋਰ ਸਖਤ ਹੋ ਜੇ, ਪਰ ਇਹ ਅਰਸ਼ਦੀਪ ਜੀ ਜਿਹੜਾ ਕਰੋਨਾ ਵਾਇਰਸ ਹੈ ਥਾਲੀਆਂ ਭਜਾਉਣ ਦੇ ਨਾਲ ਨਹੀਂ ਭੱਜਣਾ। ਕੇਂਦਰ ਸਰਕਾਰ ਨੂੰ ਥੋੜ੍ਹੀ ਹੋਰ ਸਖਤੀ ਕਰਨੀ ਚਾਹੀਦੀ ਹੈ। ਅਤੇ ਜੇਕਰ ਹੁਣ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚ ਸ਼ੁਰੂਆਤੀ ਦਿਨਾਂ ਵਿੱਚ ਕਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਸਰ ਬਾਕੀ ਨਹੀਂ ਛੱਡੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਹੁਣ ਜਿਸ ਤਰ੍ਹਾਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਢਿੱਲਾਂ ਦਿੱਤੀਆਂ ਗਈਆਂ, ਕਰੋਨਾ ਵਾਇਰਸ ਦੇ ਕੇਸ ਵਧਣੇ ਸ਼ੁਰੂ ਹੋ ਗਏ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਕਰੋਨਾ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਵੀ ਹੁਣ ਮੌਤਾਂ ਦੀ ਗਿਣਤੀ ਜਿਹੜੀ ਆ, ਪਹਿਲਾਂ ਦਹਾਈ ਦਾ ਅੰਕੜਾ ਮਤਲਬ 10 ਤੋਂ ਉੱਪਰ ਹੋ ਹੀ ਨਹੀਂ ਰਹੀਆਂ ਸੀਗੀਆਂ, ਹੁਣ ਪਿਛਲੇ ਕਈ ਦਿਨਾਂ ਤੋਂ 10 ਤੋਂ ਉੱਪਰ ਮੌਤਾਂ ਹੋਣੀਆਂ ਕਿਤੇ ਨਾ ਕਿਤੇ ਚਿੰਤਾ ਦਾ ਕਾਰਨ ਹੈ। ਜੀ ਤੇ ਨਵਜੀਤ ਜੀ, ਜੋ ਦਿੱਲੀ ਸਰਕਾਰ ਨੇ ਅਤੇ ਪੰਜਾਬ ਸਰਕਾਰ ਨੇ ਪਲਾਜ਼ਮਾ ਬੈਂਕ ਨਿਯੁਕਤ ਕੀਤੇ ਨੇ, ਉਹਨਾਂ ਦਾ ਕੀ ਫਾਇਦਾ ਹੋ ਸਕਦਾ ਹੈ, ਇਹ ਵੀ ਵਿਸਥਾਰ ਨਾਲ ਦੱਸੋ। ਅਰਸ਼ੀ ਦੇਖੋ, ਪਲਾਜ਼ਮਾ ਬੈਂਕ ਦੀ ਜਦੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਕੀਤੀ ਦਿੱਲੀ ਵਿੱਚ। ਉਹਦੇ ਨਤੀਜੇ ਬਹੁਤ ਸੋਹਣੇ ਆਏ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਸਾਫ਼-ਸਾਫ਼ ਕਿਹਾ ਕਿ ਅਸੀਂ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਕਰ ਰਹੇ ਹਾਂ ਕਿਉਂਕਿ ਇਹਦੇ ਨਤੀਜੇ ਸਾਰਥਕ ਦੇਖਣ ਨੂੰ ਮਿਲੇ ਹੈ। ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਸ਼ੁਰੂਆਤ ਕੀਤੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ। ਪੰਜਾਬ ਵਿੱਚ ਵੀ ਇਸ ਦੇ ਨਤੀਜੇ ਵਧੀਆ ਦੇਖਣ ਨੂੰ ਮਿਲੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਕਿ ਇਹ ਪਲਾਜ਼ਮਾ ਬੈਂਕ ਜਿਹੜਾ ਹੈ ਹੈਗਾ ਕੀ ਆ। ਬਹੁਤ ਸਾਰੇ ਹੋ ਸਕਦਾ ਸਰੋਤੇ ਅਜਿਹੇ ਹੋਣ ਜਿਨ੍ਹਾਂ ਨੂੰ ਨਾ ਪਤਾ ਹੋਵੇ। ਪਲਾਜ਼ਮਾ ਬੈਂਕ ਇੱਕ ਬੈਂਕ ਇਸ ਤਰ੍ਹਾਂ ਦਾ ਜਿੱਥੇ ਕਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦਾ ਪਲਾਜ਼ਮਾ ਲਿਆ ਜਾਂਦਾ ਆ, ਜਿਹੜੇ ਪੀੜਤ ਆ ਉਹਨਾਂ ਨੂੰ ਉਹ ਚੜਾਇਆ ਜਾਂਦਾ ਤੇ ਉਹਨਾਂ ਦੇ ਵਿੱਚ ਤਬਦੀਲੀਆਂ ਦੇਖੀਆਂ ਜਾਂਦੀਆਂ ਜਿਸ ਨਾਲ ਉਹਨਾਂ ਨੂੰ ਕਰੋਨਾ ਵਾਇਰਸ ਤੋਂ ਨਿਜਾਤ ਮਿਲਦੀ ਹੈ। ਅਰਸ਼ਦੀਪ ਜੀ, ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਪੰਜਾਬ ਵਿੱਚ ਵੀ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ ਪਲਾਜ਼ਮਾ ਥੈਰੇਪੀ ਰਾਹੀਂ ਕੀਤਾ ਗਿਆ ਔਰ ਉਹਨਾਂ ਦੇ ਨਤੀਜੇ ਸਾਰਥਕ ਦੇਖਣ ਨੂੰ ਮਿਲੇ ਸੀ। ਜੀ ਤੇ ਨਵਜੀਤ ਜੀ, ਇੱਕ ਗੱਲ ਜ਼ਰੂਰ ਦੱਸੋ ਕਿ ਜੋ ਹੁਣ ਅੱਜ ਕੱਲ੍ਹ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਬੜਾ ਰੌਲਾ ਪਿਆ ਹੋਇਆ ਹੈ, ਸਾਰੇ ਦੇਸ਼ ਲੱਗੇ ਹੋਏ ਨੇ ਮੈਡੀਸਿਨ ਬਣਾਉਣ ਦੇ ਵਿੱਚ, ਵੈਕਸੀਨ ਬਣਾਉਣ ਦੇ ਵਿੱਚ, ਅਤੇ ਕਈ ਨਿਊਜ਼ ਸਾਹਮਣੇ ਆਉਂਦੀਆਂ ਕਿ ਕਿਸੇ ਦੇਸ਼ ਨੇ ਵੈਕਸੀਨ ਤਿਆਰ ਕਰ ਲਈ ਹੈ। ਅਤੇ ਇਹਦੇ ਬਾਰੇ ਕੋਈ ਜਾਣਕਾਰੀ ਦੱਸੋ ਕਿ ਕਿਸ ਦੇਸ਼ ਨੇ ਵੈਕਸੀਨ ਤਿਆਰ ਕੀਤੀ ਹੈ ਜਾਂ ਅਸਲ ਵਿੱਚ ਵੈਕਸੀਨ ਬਣੀ ਵੀ ਹੈ ਜਾਂ ਨਹੀਂ ਬਣੀ। ਦੇਖੋ ਅਰਸ਼ ਜੀ,
ਵੱਖ-ਵੱਖ ਦੇਸ਼ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੇ ਕਰੋਨਾ ਵੈਕਸੀਨ ਤਿਆਰ ਕਰ ਲਈ ਆ। ਪਿਛਲੇ ਲੰਬੇ ਸਮੇਂ ਤੋਂ ਰੂਸ ਇਹ ਦਾਅਵਾ ਕਰ ਰਿਹਾ ਹੈ ਕਿ 10 ਅਗਸਤ ਨੂੰ ਕਰੋਨਾ ਵਾਇਰਸ ਦੀ ਵੈਕਸੀਨ ਬਾਜ਼ਾਰ ਵਿੱਚ ਲਾਂਚ ਕਰ ਦਿੱਤੀ ਜਾਵੇਗੀ। ਦਾਅਵਾ ਤਾਂ ਅਮਰੀਕਾ ਵੀ ਕਰ ਰਿਹਾ ਹੈ, ਦਾਅਵਾ ਤਾਂ ਭਾਰਤ ਵੀ ਕਰ ਰਿਹਾ ਹੈ, ਦਾਅਵਾ ਤਾਂ ਇੰਗਲੈਂਡ ਵੀ ਕਰ ਰਿਹਾ ਹੈ। ਵਿਸ਼ਵ ਦੇ ਕਈ ਦੇਸ਼ ਕਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਨੇ ਜੀ। ਚਲੋ ਇਹ ਤੇ ਮੈਂ ਇੱਕ ਪਲ ਰੁਕਦਾ, ਤੁਹਾਨੂੰ ਮੈਂ ਭਾਰਤ ਦੀ ਪਹਿਲਾਂ ਗੱਲ ਦੱਸ ਦਿੰਦਾ। ਭਾਰਤ ਨੇ ਵੀ ਤਾਂ ਦਾਅਵਾ ਕੀਤਾ ਹੀ ਸੀਗਾ ਕਰੋਨਾ ਵਾਇਰਸ ਦੀ ਵੈਕਸੀਨ ਦਾ। ਬਾਬਾ ਰਾਮਦੇਵ ਨੇ ਇੱਕ ਦਵਾਈ ਬਾਜ਼ਾਰ ਦੇ ਵਿੱਚ ਲਾਂਚ ਕਰ ਦਿੱਤੀ ਤੇ ਕਿਹਾ, ਕੋਰੋਨਿਲ ਨਾਮ ਸੀ ਉਸ ਦਵਾਈ ਦਾ, ਕਿ ਇਹਦੇ ਨਾਲ ਕਰੋਨਾ ਵਾਇਰਸ ਠੀਕ ਹੋ ਜਾਊਗਾ। ਜਦੋਂ ਰੌਲਾ ਪਿਆ ਮਨਜ਼ੂਰੀ ਕਿਤੋਂ ਲਈ, ਕਿਸੇ ਤੋਂ ਮਨਜ਼ੂਰੀ ਨਹੀਂ ਲਈ। ਬਾਅਦ ਵਿੱਚ ਬਾਬਾ ਆਪਣੇ ਬਿਆਨਾਂ ਤੋਂ ਪਲਟ ਗਿਆ। ਬਾਬਾ ਕਹਿੰਦਾ ਇਹ ਦਵਾਈ ਤਾਂ ਕਰੋਨਾ ਵਾਇਰਸ ਦੀ ਹੈ ਹੀ ਨਹੀਂ, ਇਹ ਦਵਾਈ ਇਮਿਊਨਿਟੀ ਸਿਸਟਮ ਵਧਾਉਣ ਲਈ ਆ। ਹੁਣ ਆਉਂਦੇ ਆ ਕਰੋਨਾ ਵਾਇਰਸ ਦੀ ਵੈਕਸੀਨ ਦੇ ਉੱਪਰ। ਅਰਸ਼ ਜੀ, ਰੂਸ ਇਹ ਦਾਅਵਾ ਕਰ ਰਿਹਾ ਹੈ ਕਿ 10 ਅਗਸਤ ਨੂੰ ਕਰੋਨਾ ਵਾਇਰਸ ਦੀ ਵੈਕਸੀਨ ਰੂਸ ਦੇ ਵਿੱਚ ਲਾਂਚ ਕਰ ਦਿੱਤੀ ਜਾਵੇਗੀ। ਭਾਰਤ ਵੀ ਕਹਿ ਰਿਹਾ ਹੈ ਕਿ 15 ਅਗਸਤ ਤੱਕ ਦਵਾਈ ਬਾਜ਼ਾਰ ਵਿੱਚ ਲੈ ਆਂਦੀ ਜਾਵੇਗੀ। ਪਰ ਅਰਸ਼ਦੀਪ ਜੀ, ਇਹ ਕਹਿਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ, ਕਿਉਂਕਿ ਜੇਕਰ ਬਾਜ਼ਾਰ ਦੇ ਵਿੱਚ ਦਵਾਈ ਆ ਵੀ ਜਾਂਦੀ ਹੈ ਤੇ ਸਭ ਤੋਂ ਵੱਡੀ ਸਮੱਸਿਆ ਹੋਊਗੀ ਕਿ ਦਵਾਈ ਦਿੱਤੀ ਕਿਹਨਾਂ ਨੂੰ ਜਾਵੇ। ਬਹੁਤ ਸਾਰੇ ਲੋਕ ਪੀੜਤ ਬੈਠੇ ਨੇ ਜੀ, ਬਹੁਤ ਸਾਰੇ ਨੇਤਾ ਵੀ ਇਹਨਾਂ ਦੇ ਵਿੱਚ ਬੈਠੇ ਨੇ, ਬਹੁਤ ਸਾਰੇ ਵੱਡੇ ਲੋਕ ਵੀ ਬੈਠੇ ਨੇ, ਬਹੁਤ ਸਾਰੇ ਉਦਯੋਗਪਤੀ ਵੀ ਬੈਠੇ ਨੇ। ਦਵਾਈ ਦੀ ਕੀਮਤ ਕੀ ਹੋਵੇਗੀ, ਕੀ ਆਮ ਬੰਦਾ ਉਹਨੂੰ ਅਫੋਰਡ ਕਰ ਸਕੂਗਾ ਕਿ ਨਹੀਂ ਕਰ ਸਕੂਗਾ, ਕੀ ਇਹ ਦਵਾਈ ਸਰਕਾਰਾਂ ਵੱਲੋਂ ਮੁਫਤ ਵਿੱਚ ਦਿੱਤੀ ਜਾਊਗੀ, ਕੀ ਇਹ ਦਵਾਈ ਇਸ ਦਵਾਈ ਨੂੰ ਲੈ ਕੇ ਰੂਪ ਰੇਖਾ ਕੀ ਹੋਊਗੀ। ਸਭ ਤੋਂ ਵੱਡਾ ਦਾ ਸਵਾਲ ਇਹ ਹੈ। ਪਰ ਉਹ ਤੋਂ ਵੱਡਾ ਵੀ ਜਿਹੜੀ ਸਮੱਸਿਆ ਮੈਨੂੰ ਲੱਗਦਾ ਜੋ ਆ ਸਕਦੀ ਆ, ਉਹ ਇਹ ਹੈ ਕਿ ਕਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦਾ ਦਾਅਵਾ ਵੱਖ-ਵੱਖ ਦੇਸ਼ ਕਰ ਰਹੇ ਨੇ। ਮੈਂ ਇੱਕ ਹੋਰ ਗੱਲ ਇੱਥੇ ਸਾਂਝੀ ਕਰਦਾ ਕਿ ਅਮਰੀਕਾ ਦੇ ਵਿੱਚ ਇਹ ਕਿਹਾ ਗਿਆ ਕਿ ਕਰੋਨਾ ਵਾਇਰਸ ਦੀ ਵੈਕਸੀਨ ਜਿਹੜੀ ਆ ਬਣ ਚੁੱਕੀ ਆ ਜੀ। ਅਰਸ਼ ਜੀ, ਸ਼ੇਅਰ ਮਾਰਕੀਟ ਦੇ ਉੱਪਰ 3 ਕੰਪਨੀਆਂ ਨੇ ਅਰਬਾਂ ਰੁਪਏ ਦੀ ਕਮਾਈ ਕਰ ਲਈ ਇਹ ਗੱਲ ਕਹਿ ਕੇ ਕਿ ਕਰੋਨਾ ਵਾਇਰਸ ਦੀ ਵੈਕਸੀਨ ਮਾਰਕੀਟ ਦੇ ਵਿੱਚ ਆ ਚੁੱਕੀ ਆ। ਹੁਣ ਰੌਲਾ ਤੇ ਇਹ ਵੀ ਪਿਆ ਆ ਕਿ ਆਪਣੀਆਂ ਕੰਪਨੀਆਂ ਦੇ ਸ਼ੇਅਰ ਵਧਾਉਣ ਦੇ ਲਈ ਇਹ ਵੱਖ-ਵੱਖ ਦੇਸ਼ ਕਰ ਰਹੇ ਆ। ਹੁਣ ਇਹਦੇ ਵਿੱਚ ਕੀ ਸੱਚਾਈ ਆ, ਕੀ ਸੱਚਾਈ ਨਹੀਂ, ਉਹ ਤਾਂ ਮੈਨੂੰ ਨਹੀਂ ਪਤਾ, ਪਰ ਬਾਜ਼ਾਰ ਦੇ ਵਿੱਚ ਇਹ ਚਰਚਾ ਚੱਲ ਰਹੀ ਆ ਪੂਰੀ ਜ਼ੋਰਾਂ ਤੇ ਚਰਚਾ ਜਿਹੜੀ ਹੈ ਜੇਕਰ ਚੱਲਦੀ ਹੁੰਦੀ ਆ, ਕਿਤੇ ਨਾ ਕਿਤੇ ਤਾਂ ਸੱਚ ਹੁੰਦੀ ਆ। ਚਲੋ ਇਹ ਵੱਖਰਾ ਪੱਖ ਆ। ਹੁਣ ਦਵਾਈ ਵਾਕਈ ਰੂਸ ਨੇ ਤਿਆਰ ਕਰ ਲਈ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਭਾਰਤ ਲਾਂਚ ਕਰੇਗਾ, ਇਹ 15 ਅਗਸਤ ਦੀ ਆਪਾਂ ਇੰਤਜ਼ਾਰ ਕਰਾਂਗੇ। ਪਰ ਮੈਨੂੰ ਲੱਗਦਾ ਹੈ ਕਿ ਕਰੋਨਾ ਵਾਇਰਸ ਦੀ ਵੈਕਸੀਨ ਇੰਨੀ ਜਲਦੀ ਜੇਕਰ ਤਿਆਰ ਹੋ ਵੀ ਗਈ ਤਾਂ ਬੜੀ ਵਧੀਆ ਗੱਲ ਹੈ, ਪਰ ਉਹਦੇ ਨਤੀਜੇ ਜਿਹੜੇ ਹੈ ਉਹ ਦੇਖਣ ਨੂੰ ਘੱਟ ਤੋਂ ਘੱਟ ਵੀ 6 ਮਹੀਨੇ ਦਾ ਸਮਾਂ ਲੱਗ ਜਾਊਗਾ। ਅਮਰੀਕਾ ਦੇ ਇੱਕ ਬੜੇ ਮਸ਼ਹੂਰ ਡਾਕਟਰ ਐਂਥਨੀ ਫਾਊਚੀ ਆ, ਉਹ ਇਹ ਕਹਿੰਦੇ ਆ ਕਿ ਉਹਨਾਂ ਨੂੰ ਆਸ ਆ ਕਿ ਕਰੋਨਾ ਵਾਇਰਸ ਦੀ ਵੈਕਸੀਨ 2021 ਤੋਂ ਪਹਿਲਾਂ ਨਹੀਂ ਆਉਣ ਵਾਲੀ। ਅਰਸ਼ ਜੀ, ਡਾਕਟਰ ਫਾਊਚੀ ਉਹ ਇਨਸਾਨ ਨੇ ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਫੈਲਣ ਤੋਂ ਪਹਿਲਾਂ ਹੀ ਅਮਰੀਕਾ ਵਿੱਚ ਕਹਿ ਦਿੱਤਾ ਸੀ ਕਿ ਘੱਟ ਤੋਂ ਘੱਟ 2 ਲੱਖ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ, ਤੇ ਉਹਨਾਂ ਦੀ ਉਹ ਭਵਿੱਖਬਾਣੀ ਸੱਚ ਵੀ ਹੁੰਦੀ ਦਿਖਾਈ ਦਿੱਤੀ, ਕਿਉਂਕਿ ਅਮਰੀਕਾ ਵਿੱਚ ਹੁਣ ਤੱਕ 1,57,900 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਤੇ ਡਾਕਟਰ ਫੌਚੀ ਇੱਕ ਬਹੁਤ ਵੱਡੇ ਡਾਕਟਰ ਨੇ। ਜੇਕਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ 2021 ਵਿੱਚ ਕਰੋਨਾ ਵਾਇਰਸ ਦੀ ਵੈਕਸੀਨ ਆਵੇਗੀ ਤਾਂ ਇਹਦੇ ਵੱਲ ਵੀ ਗੌਰ ਕੀਤਾ ਜਾਣਾ ਚਾਹੀਦਾ ਹੈ। ਪਰ ਜੇਕਰ ਉਸ ਤੋਂ ਪਹਿਲਾਂ ਬਾਜ਼ਾਰ ਦੇ ਵਿੱਚ ਦਵਾਈ ਆਉਂਦੀ ਹੈ, ਭਾਵੇਂ ਕੋਈ ਦੇਸ਼ ਹੋਵੇ, ਰੂਸ ਹੋਵੇ, ਭਾਰਤ ਹੋਵੇ, ਬ੍ਰਿਟੇਨ ਹੋਵੇ, ਅਮਰੀਕਾ ਹੋਵੇ, ਕੋਈ ਵੀ ਦੇਸ਼ ਹੋਵੇ, ਬੜੀ ਖੁਸ਼ੀ ਦੀ ਗੱਲ ਹੋਗੀ ਕਿ ਕਰੋਨਾ ਵਾਇਰਸ ਤੋਂ ਨਿਜਾਤ ਮਿਲੇਗੀ ਜੀ। ਤੇ ਫਿਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਿਸੇ ਵੀ ਦੇਸ਼ ਕੋਲ ਅਜੇ ਕੋਈ ਇੱਦਾਂ ਦਾ ਕੋਈ ਪ੍ਰੂਫ ਨਹੀਂ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਕਰੋਨਾ ਵਾਇਰਸ ਦੀ ਜੋ ਵੈਕਸੀਨ ਜੀ ਬਿਲਕੁਲ ਕਿਸੇ ਵੀ ਦੇਸ਼ ਦੇ ਕੋਲ ਦਾਅਵਾ ਕਰ ਰਹੇ ਆ। ਦਾਅਵਾ ਤਾਂ ਮੈਂ ਪਹਿਲੇ ਦੱਸਿਆ, ਬਾਬੇ ਰਾਮਦੇਵ ਨੇ ਵੀ ਕੀਤਾ ਸੀ ਕਿ ਦਵਾਈ ਤਿਆਰ ਕਰ ਦਿੱਤੀ ਆ, ਬਿਆਨਾਂ ਤੋਂ 2 ਦਿਨ 'ਚ ਪਲਟ ਗਏ। ਇਹ ਦਾਅਵਾ ਕੋਈ ਵੀ ਕਰ ਸਕਦਾ, ਤੁਸੀਂ ਵੀ ਕਰ ਸਕਦੇ, ਮੈਂ ਵੀ ਕਰ ਸਕਦਾ, ਪਰ ਕਰੋਨਾ ਵਾਇਰਸ ਦੀ ਵੈਕਸੀਨ ਬਾਜ਼ਾਰ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ। ਤੇ ਨਵਜੀਤ ਜੀ, ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਾਫੀ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ, ਤੇ ਇਹ ਜ਼ਹਿਰੀਲੀ ਸ਼ਰਾਬ ਆਈ ਕਿੱਥੋਂ, ਇਸ ਬਾਰੇ ਦੱਸੋ ਜੀ। ਅਰਸ਼ ਜੀ, ਇਹ ਬੜੀ ਦੁਖਦਾਈ ਖਬਰ ਆ ਕਿ ਪੰਜਾਬ ਤੇ 3 ਜ਼ਿਲ੍ਹੇ ਸੀਗੇ ਤੇ ਕੁਝ ਸ਼ਹਿਰ ਵੀ ਆ, ਉਹਨਾਂ ਦੇ ਵਿੱਚ ਪਿੰਡ ਵੀ ਆ, ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਕਰਕੇ 86 ਲੋਕਾਂ ਦੀ ਮੌਤ ਹੋ ਗਈ। ਪਹਿਲੇ ਦਿਨ ਜਦੋਂ ਇਹ ਖਬਰ ਸਾਹਮਣੇ ਆਈ ਸੀਗੀ ਤਾਂ 47 ਮੌਤਾਂ ਦੱਸੀਆਂ ਜਾ ਰਹੀਆਂ ਸੀ, ਪਰ ਹੁਣ ਅੱਜ
ਮੌਤਾਂ ਦੀ ਗਿਣਤੀ 86 ਤੇ ਪਹੁੰਚ ਚੁੱਕੀ ਹੈ ਤੇ ਆਉਣ ਵਾਲੇ ਸਮੇਂ 'ਚ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ DGP ਪੰਜਾਬ ਨੇ ਸਖਤ ਕਾਰਵਾਈ ਤੇ ਹੁਕਮ ਦਿੱਤੇ ਆ, ਪਰ ਇੱਥੇ ਸਭ ਤੋਂ ਵੱਡਾ ਸਵਾਲ ਜਿਹੜਾ ਆ ਉਹ ਇਹ ਹੈ ਕਿ ਆਖਰ ਇਹ ਸ਼ਰਾਬ ਆਈ ਕਿੱਥੋਂ। ਰੌਲਾ ਤਾਂ ਇਹ ਵੀ ਹੈ ਕਿ ਇਹ ਸ਼ਰਾਬ ਨਹੀਂ ਸੀ, ਇਹਦੇ ਵਿੱਚ ਸੈਨੀਟਾਈਜ਼ਰ ਮਿਲਾ ਕੇ ਦਿੱਤਾ ਹੋਇਆ ਸੀ ਜੀ। ਹਾਲਾਂਕਿ ਜਾਂਚ ਚੱਲ ਰਹੀ ਆ, ਸੱਚਾਈ ਕੀ ਹੈ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਪਰ ਰੌਲਾ ਇਹ ਹੈ ਕਿ ਸੈਨੀਟਾਈਜ਼ਰ ਮਿਕਸ ਕਰਕੇ ਰੱਖਿਆ ਹੋਇਆ ਸੀ। ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ਦੇ ਜੰਡਿਆਲਾ ਵਿੱਚ ਹੋਈਆਂ, ਤਰਨਤਾਰਨ ਅਤੇ ਬਟਾਲੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ। ਹੁਣ ਅਰਸ਼ ਜੀ, ਭਾਵੇਂ ਮੁੱਖ ਮੰਤਰੀ ਹੋਰਾਂ ਨੇ ਜਾਂ ਫਿਰ DGP ਹੋਰਾਂ ਨੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਆ ਤੇ ਹੁਣ ਤੱਕ 8 ਗ੍ਰਿਫਤਾਰੀਆਂ ਵੀ ਹੋਈਆਂ ਜੀ, ਪਰ ਕੀ ਇਹਨਾਂ ਗ੍ਰਿਫਤਾਰੀਆਂ ਹੋਣ ਦੇ ਨਾਲ ਮੈਨੂੰ ਜੋ ਲੱਗਦਾ ਹੈ ਛੋਟੀਆਂ ਮੱਛੀਆਂ ਫੜੀਆਂ ਤੱਕ ਕੀ ਵੱਡੇ ਮਗਰਮੱਛਾਂ ਨੂੰ ਵੀ ਫੜਿਆ ਜਾਊਗਾ? ਪਹਿਲੀ ਗੱਲ ਤਾਂ ਇਹ ਹੈ। ਸਭ ਤੋਂ ਦੁਖਦਾਇਕ ਔਰ ਸ਼ਰਮਨਾਕ ਗੱਲ ਇਹ ਹੈ ਕਿ ਇੱਕ ਮਹਿਲਾ ਜਿਹੜੀ ਸੀ ਉਹ ਮੁੱਖ ਦੋਸ਼ੀ ਇਹਦੇ ਵਿੱਚ ਪਾਈ ਗਈ ਹੈ, ਜਿਹਦੇ ਘਰੋਂ ਸ਼ਰਾਬ ਲਿਆਈ ਜਾਂਦੀ ਸੀ, ਜਿੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਲੋਕ ਸ਼ਰਾਬ ਲੈ ਕੇ ਜਾਂਦੇ ਸੀ। ਉਹ ਤੋਂ ਵੀ ਵੱਡੀ ਗੱਲ ਹੈ ਕਿ ਸਰਕਾਰੀ ਤੌਰ 'ਤੇ ਇਹ ਸ਼ਰਾਬ 120 ਰੁਪਏ ਦੇ ਕਰੀਬ ਵਿਕਦੀ ਹੈ ਤੇ ਉਸ ਘਰ ਦੇ ਵਿੱਚੋਂ ਇਹ ਸ਼ਰਾਬ ਮਿਲਦੀ ਸੀ 60 ਰੁਪਏ ਦੀ। ਅੱਜ ਮੈਂ ਅਖਬਾਰ ਪੜ੍ਹ ਰਿਹਾ ਸੀ ਤਾਂ ਉਹਦੇ ਵਿੱਚ ਇੱਕ ਪੀੜਤ ਵਿਅਕਤੀ ਜਿਸ ਨੇ ਸ਼ਰਾਬ ਪੀਤੀ ਪਰ ਹੁਣ ਠੀਕ ਹੋ ਗਈ ਉਹਦੀ ਸਿਹਤ, ਉਹਨੇ ਦੱਸੀ ਆਪਣੀ ਹੱਡ ਬੀਤੀ ਕਿ ਉਸ ਘਰ ਦੇ ਵਿੱਚ 60 ਰੁਪਏ ਦੀ ਸ਼ਰਾਬ ਉਹ ਲੈ ਕੇ ਆਇਆ। ਹੁਣ ਅਰਸ਼ ਜੀ, ਇੱਥੇ ਗੌਰ ਕਰਨ ਵਾਲੀ ਗੱਲ ਆ ਕਿ ਘਰ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ। ਸਰਕਾਰ ਕਹਿੰਦੀ ਆ ਕਰੋਨਾ ਵਾਇਰਸ ਕਰਕੇ ਸੋਸ਼ਲ ਡਿਸਟੈਂਸਿੰਗ ਰੱਖਣੀ ਆ, ਕਿ ਕਿਸੇ ਦੀ ਨਿਗਾਹ 'ਚ ਆਈ ਨਹੀਂ ਇਹ ਗੱਲ ਕਿ ਕਿਸੇ ਨੇ ਸ਼ਿਕਾਇਤ ਕੀਤੀ ਨਹੀਂ ਇਹਦੀ? ਪਿੰਡ ਵਾਲੇ ਕਿੱਥੇ ਸੀ? ਅਸੀਂ ਸਰਕਾਰਾਂ ਨੂੰ ਦੋਸ਼ ਦੇ ਦਿੰਦੇ ਹਾਂ ਕਿ ਸਰਕਾਰ ਨੇ ਕਾਰਵਾਈ ਨਹੀਂ ਕੀਤੀ, ਪੁਲਿਸ ਨੇ ਉਚਿਤ ਕਾਰਵਾਈ ਨਹੀਂ ਕੀਤੀ, ਪਰ ਕੀ ਇੱਥੇ ਆਮ ਨਾਗਰਿਕ ਦੀ ਜ਼ਿੰਮੇਵਾਰੀ ਨਹੀਂ ਬਣਦੀ? ਉਹ ਪਿੰਡ ਦੇ ਲੋਕ ਕਿੱਥੇ ਸੀ? ਹੁਣ ਕਈ ਲੋਕ ਕਹਿੰਦੇ ਅਸੀਂ ਸ਼ਿਕਾਇਤ ਕੀਤੀ ਆ ਤੇ ਬਾਰ-ਬਾਰ ਅਸੀਂ ਪੁਲਿਸ ਨੂੰ ਕਿਹਾ ਪਰ ਕੋਈ ਅਪੜਿਆ ਨਹੀਂ ਜੀ। ਅਰਸ਼ ਜੀ, ਜੇਕਰ ਇੱਦਾਂ ਵਾਕਈ ਹੋਇਆ ਤੇ ਫਿਰ ਸਰਕਾਰ ਨੇ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ? ਸਰਕਾਰ ਨੂੰ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ। ਇਹ ਸਥਿਤੀ ਬੜੀ ਭਿਆਨਕ ਆ। ਜ਼ਹਿਰੀਲੀ ਸ਼ਰਾਬ ਪੀਣ ਕਰਕੇ 86 ਲੋਕਾਂ ਦੀ ਮੌਤ ਹੋਈ। ਪੁਲਿਸ ਨੇ 100 ਥਾਵਾਂ 'ਤੇ ਛਾਪੇਮਾਰੀ ਕੀਤੀ ਆ, ਕੁਝ ਕੁ ਲੋਕਾਂ ਨੂੰ ਫੜਿਆ, ਪਰ ਕੀ ਛੋਟੀਆਂ ਮੱਛੀਆਂ ਤੋਂ ਬਾਅਦ ਵੱਡੇ ਮਗਰਮੱਛਾਂ ਨੂੰ ਫੜਨਗੇ? ਸਵਾਲ ਹੁਣ ਇਹ ਹੈ ਅਗਲਾ। ਨਵਜੀਤ ਜੀ, ਸਭ ਤੋਂ ਪਹਿਲਾਂ ਤਾਂ ਜ਼ਿੰਮੇਵਾਰੀ ਸਰਕਾਰ ਤੋਂ ਪਹਿਲਾਂ ਵੀ ਆਮ ਨਾਗਰਿਕ ਦੀ ਹੈ। ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਕੀ ਉਹਨਾਂ ਲਈ ਚੰਗਾ ਹੈ ਤੇ ਕੀ ਉਹਨਾਂ ਲਈ ਮਾੜਾ ਹੈ। ਸ਼ਰਾਬ ਵੱਲ ਦੇ ਰਸਤੇ ਤਾਂ ਪੈਣਾ ਨਹੀਂ ਚਾਹੀਦਾ। ਅਤੇ ਦੂਸਰੀ ਗੱਲ, ਜਿਹੜੀ ਜ਼ਹਿਰੀਲੀ ਸ਼ਰਾਬ ਦੀ ਜੋ ਵਿਕਰੀ ਹੋ ਰਹੀ ਹੈ, ਇਸ ਦੇ ਉੱਪਰ ਰੋਕਥਾਮ ਲਈ ਸਰਕਾਰ ਨੂੰ ਸਖਤ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ ਅਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਅਤੇ ਵੱਧਦੇ ਹਾਂ ਆਪਣੇ ਅਗਲੇ ਸਵਾਲ ਵੱਲ। ਇੱਕ ਹੋਰ ਗੱਲ ਸੁਣਨ ਨੂੰ ਸਾਹਮਣੇ ਆ ਰਹੀ ਹੈ ਕਿ ਮੁਰਦਾ ਘਰ ਦੇ ਵਿੱਚ ਇੱਕ ਲਾਸ਼ ਪਈ ਸੀਗੀ ਅਤੇ ਉਸ ਨੂੰ ਚੂਹਿਆਂ ਨੇ ਕੁਤਰ ਦਿੱਤਾ। ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਅਰਸ਼ ਜੀ, ਇਹ ਆਪਣੇ ਆਪ ਦੇ ਵਿੱਚ ਬੜਾ ਹੈਰਾਨ ਕਰਨ ਵਾਲਾ ਮਾਮਲਾ ਆ ਜੀ ਕਿ ਇੱਕ ਮੁਰਦਾ ਘਰ ਦੇ ਵਿੱਚ ਲਾਸ਼ ਰੱਖੀ ਆ ਔਰ ਉਸ ਲਾਸ਼ ਨੂੰ ਚੂਹਿਆਂ ਨੇ ਟੁੱਕ ਦਿੱਤਾ ਜੀ। ਇਹ ਘਟਨਾ ਚੰਡੀਗੜ੍ਹ ਅੰਬਾਲਾ ਰੋਡ 'ਤੇ ਸਥਿਤ ਇੱਕ ਹਸਪਤਾਲ ਦੀ ਆ। ਪੰਚਕੂਲਾ ਦੀ ਵਾਸੀ ਸੀ ਉਹ ਔਰਤ ਜਿਸ ਦੀ ਮੌਤ ਹੋਈ ਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮੁਰਦਾ ਘਰ ਵਿੱਚ ਰੱਖਿਆ ਹੋਇਆ ਸੀ ਜੀ। ਰੌਲਾ ਤਾਂ ਇਹ ਵੀ ਪਿਆ ਸੀਗਾ ਉਸ ਨੂੰ ਲੈ ਕੇ ਕਿ ਉਹਦੇ ਅੰਗਾਂ ਨਾਲ ਵੀ ਛੇੜਛਾੜ ਹੋਈ ਆ, ਪਰ ਅਰਸ਼ ਜੀ ਪੋਸਟਮਾਰਟਮ ਦੁਬਾਰਾ ਤੋਂ ਹੋਇਆ ਸੀ, ਡਾਕਟਰਾਂ ਦੀ ਟੀਮ ਬਿਠਾਈ ਗਈ ਸੀ, ਪਰ ਉਹਦੇ ਵਿੱਚ ਇਹ ਗੱਲ ਤਾਂ ਸਾਹਮਣੇ ਆ ਗਈ ਹੈ ਕਿ ਅੰਗਾਂ ਨਾਲ ਕੋਈ ਛੇੜਛਾੜ ਨਹੀਂ ਹੋਈ, ਪਰ ਉਸ ਦੀ ਲਾਸ਼ ਨੂੰ ਚੂਹਿਆਂ ਨੇ ਜ਼ਰੂਰ ਟੁਕਿਆ ਜੀ। ਹੁਣ ਦੇਖੋ, ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੀ ਹੁਣ ਮੁਰਦਿਆਂ ਦੀ ਵੀ ਕੋਈ ਜਗ੍ਹਾ ਹੀ ਨਹੀਂ ਗੀ, ਮੁਰਦੇ ਵੀ ਸੁਰੱਖਿਅਤ ਨਹੀਂ ਗੇ। ਇੱਕ ਹਸਪਤਾਲ ਆ ਜਿੱਥੇ ਲੋਕ ਆਪਣੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਮੁਰਦਾ ਘਰ ਦੇ ਵਿੱਚ ਲਾਸ਼ ਨੂੰ ਜਮ੍ਹਾਂ ਕਰਾਉਂਦੇ ਆ, ਇਸ ਕਰਕੇ ਕਿ ਹੋ ਸਕਦਾ ਉਹਨਾਂ ਦੇ ਕੋਈ ਰਿਸ਼ਤੇਦਾਰ ਬਾਹਰੋਂ ਆਉਣੇ ਹੋਣ ਜਾਂ ਹੋਰ ਵੀ ਕੋਈ ਕਾਰਨ ਹੋ ਸਕਦਾ ਜੀ। ਤੇ ਤੁਸੀਂ ਉਸ ਹਸਪਤਾਲ ਦੇ ਵਿੱਚ ਪ੍ਰਬੰਧ ਹੀ ਹੈ ਨਹੀਂ ਤੁਹਾਡੇ ਕੋਲ। ਬੜੀ ਹੈਰਾਨ ਕਰਨ ਵਾਲੀ ਗੱਲ ਹੈ।
ਮੈਂ ਤਾਂ ਇਹੀ ਕਹੂੰਗਾ ਕਿ ਪੰਜਾਬ ਦੇ ਵਿੱਚ ਮੁਰਦੇ ਵੀ ਸੁਰੱਖਿਅਤ ਨਹੀਂ ਇਸ ਹਿਸਾਬ ਨਾਲ, ਤਾਂ ਇਨਸਾਨਾਂ ਦੀ ਤਾਂ ਗੱਲ ਹੀ ਬਾਅਦ ਵਿੱਚ ਆਉਂਦੀ ਆ ਜੀ। ਤੇ ਇਹਦੇ ਵਿੱਚ ਮੈਨੇਜਮੈਂਟ ਦੀ ਜੋ ਹੈ ਗਲਤੀ ਜਾਂ ਮੈਨੇਜਮੈਂਟ ਨੂੰ ਹੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ, ਕਿਉਂਕਿ ਕਿਸੇ ਹਸਪੀਟਲ ਦੀ ਮੈਨੇਜਮੈਂਟ ਹੀ ਇਹ ਸਾਰੀਆਂ ਚੀਜ਼ਾਂ ਦੇਖਦੀ ਹੈ, ਗੌਰਮੈਂਟ ਤੇ ਇਹਦੇ ਵਿੱਚ ਬਾਅਦ ਵਿੱਚ ਇਨਵੋਲਵ ਹੁੰਦੀ ਹੈ। ਜੀ ਬਿਲਕੁਲ ਜੀ। ਚਲੋ ਸਰਕਾਰ ਦਾ ਤਾਂ ਅਸੀਂ ਕਹਿ ਨਹੀਂ ਸਕਦੇ ਯੋਗਦਾਨ ਹੈਗਾ, ਪਰ ਹਸਪਤਾਲ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜੇਕਰ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ, ਸੁਰੱਖਿਅਤ ਪ੍ਰਬੰਧ ਕੀਤੇ ਜਾਣ, ਕਿਉਂਕਿ ਉਹ ਪੈਸਾ ਲੈਂਦੇ ਇਸ ਚੀਜ਼ ਦਾ, ਤੇ ਫਿਰ ਪੈਸੇ ਕਿਸ ਚੀਜ਼ ਦੇ ਲੈਣੇ ਆ। ਇਹ ਤਾਂ ਚਲੋ ਲਾਪਰਵਾਹੀ ਦੇਖਣ ਨੂੰ ਮਿਲੀ ਹੈ, ਇਹ ਤੋਂ ਵੱਡੀ ਲਾਪਰਵਾਹੀ ਦੇਖੋ ਤੁਸੀਂ, ਗੁਰੂਗ੍ਰਾਮ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੌਤ ਹੋ ਗਈ ਜੀ। ਉਹਨਾਂ ਨੇ ਮਰੀਜ਼ਾਂ ਦੀਆਂ ਲਾਸ਼ਾਂ ਹੀ ਬਦਲ ਦਿੱਤੀਆਂ। ਅੱਛਾ ਜੀ। ਕਿੰਨਾ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਇਹ ਕਿ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀਆਂ ਲਾਸ਼ਾਂ ਹੀ ਪਰਿਵਾਰਕ ਮੈਂਬਰਾਂ ਨੂੰ ਹੋਰ ਦੇ ਦਿੱਤੀਆਂ, ਤੇ ਉੱਥੇ ਕੀ ਕਰੂਗੀ ਸਰਕਾਰ? ਜੀ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਉੱਪਰ ਉੱਥੇ ਕੀ ਕੀਤਾ ਜਾਵੇ? ਸਰਕਾਰ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਵੀ ਇਹ ਰੌਲਾ ਪਿਆ ਸੀ ਤੇ ਗੁਰੂਗ੍ਰਾਮ ਵਿੱਚ ਪਿਆ, ਇਹ ਬੜਾ ਚਿੰਤਾ ਦੀ ਗੱਲ ਹੈ ਜੀ। ਹਸਪੀਟਲਸ ਦੀ ਮੈਨੇਜਮੈਂਟ ਨੂੰ ਪੂਰਾ ਸਹੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ, ਨਾ ਕਿ ਲਾਪਰਵਾਹੀ ਵਰਤਣੀ ਚਾਹੀਦੀ ਹੈ। ਨਵਜੀਤ ਜੀ, ਬਹੁਤ ਹੀ ਵਧੀਆ ਤਰ੍ਹਾਂ ਤੁਸੀਂ ਹਰ ਇੱਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੇ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਾਲ ਸਾਡੇ ਪ੍ਰੋਗਰਾਮ ਸਾਂਝ ਵਿਚਾਰ ਦੇ ਵਿੱਚ ਜੁੜੇ, ਤੇ ਅੱਗੇ ਫਿਰ ਤੋਂ ਆਸ ਕਰਦੇ ਹਾਂ ਕਿ ਜਲਦੀ ਹੀ ਅਸੀਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਜੀ ਅਰਸ਼ ਜੀ, ਬਹੁਤ ਧੰਨਵਾਦ ਜੀ। ਧੰਨਵਾਦ ਜੀ।